ਇਹ ਨੁਕਸਾਨ ਤਾਂ ਹੋ ਰਿਹਾ। ਹੁਣ ਫਸਲਾਂ ਦੀ ਕਟਾਈ ਦਾ ਟਾਈਮ ਚੱਲੀ ਜਾਂਦਾ ਔਰ ਬਾਰਿਸ਼ ਨਾਲ ਫਸਲਾਂ ਖਰਾਬ ਹੋ ਰਹੀਆਂ। मौसम दी रात एकदम मौसम बड़ा तब्दील होया, बड़ा जोरदार मीह नेरी झक्खड़ आया जिहदे नाल साडे टेंट भी हिले। देश भर में और यहाँ शाहजहाँपुर बॉर्डर पर भी उसी ताकत और हिम्मत से डटे हुए थे। परसों के दिन आई थी वो थोड़ी थी, जो रात की बारिश इतनी तेज सी भी तंबुओं के अंदर पानी, गद्दों से नीचे से पानी चलने लग गया। ਅਸੀਂ ਆ ਤੰਬੂਆਂ ਦੇ ਵਿੱਚੋਂ ਪਾਣੀ ਥੱਲੇ ਟਿਪ ਟਿਪ ਚੋਈ ਗਿਆ ਸਾਰੀ ਰਾਤ ਵੀ ਸਾਨੂੰ ਕਿੰਨਾ ਵੀ ਤੰਗ ਕਰ ਲੇ ਪਰ ਅਸੀਂ ਇੱਥੋਂ ਹਿੱਲਾਂਗੇ ਨਹੀਂ। ਮੋਦੀ ਨੇ ਤਾਂ ਬਹੁਤ ਪਰੇਸ਼ਾਨ ਕੀਤਾ ਸੀਗਾ ਤੇ ਰਾਤ ਤਾਂ ਮਾਲਕ ਨੇ ਵੀ ਬਹੁਤ ਪਰੇਸ਼ਾਨ ਕੀਤਾ ਜੀ। ਬਾਰਿਸ਼ ਬਹੁਤ ਜ਼ਿਆਦਾ ਸੀਗੀ ਔਰ ਕਈ ਦਿਨਾਂ ਤੋਂ ਅਸੀਂ ਜਦੋਂ ਦੇ ਆਪਣੇ ਬਾਰਡਰ ਤੇ ਬੈਠੇ ਹਾਂ ਅਸੀਂ ਸੇਵਾ ਵੀ ਕਰ ਰਹੇ ਹਾਂ ਜੀਕੇਸੀ ਤਰਫ ਤੋਂ। ਤੇ ਰਾਤ ਤਾਂ ਜੋ ਸਮਾਨ ਸੀ ਸਾਡੇ ਕੋਲੇ ਉਹ ਵੀ ਸਾਰਾ ਭਿੱਜ ਗਿਆ ਜੀ। ਬਹੁਤ ਕੋਸ਼ਿਸ਼ ਕੀਤੀ ਬਚਾਉਣ ਦੀ ਪਰ ਕਾਫੀ ਸਮਾਨ ਭਿੱਜ ਚੁੱਕਿਆ ਜਿਹਨੂੰ ਹੁਣ ਅਸੀਂ ਸਾਰਾ ਸਮਾਨ ਧੁੱਪੇ ਰੱਖ ਕੇ ਸੁਕਾ ਰਹੇ ਹਾਂ। ਪਰ ਅਸੀਂ ਤਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡੀ ਪ੍ਰੀਖਿਆ ਤੁਸੀਂ ਜ਼ਿਆਦਾ ਨਾ ਲਓ। ਹੁਣ ਬਹੁਤ ਟਾਈਮ ਹੋ ਗਿਆ, ਕਿਸਾਨ ਬਹੁਤ ਦੁਖੀ ਹੈ। ਇੰਡੀਆ ਦਾ ਕਿਸਾਨ ਇਸ ਟਾਈਮ ਬਹੁਤ ਦੁਖੀ ਆ, ਸੜਕਾਂ ਤੇ ਬੈਠਾ। ਮੋਦੀ ਜੀ ਸੁਣੋ, ਧਿਆਨ ਦਿਓ ਤੁਸੀਂ ਇਸ ਔਰ ਤੇ ਮਾਲਕ ਵੀ ਸਾਡੀ ਤਾਂ ਪ੍ਰੀਖਿਆ ਲੈ ਰਿਹਾ ਜੀ ਹੁਣ ਮੋਦੀ ਦੇ ਨਾਲ। ਪਰ ਮਾਲਕ ਅੱਗੇ ਸਾਡੀ ਇਹ ਅਰਦਾਸ ਆ ਵੀ ਮਾਲਕਾ ਤੂੰ ਸਾਡੀ ਪ੍ਰੀਖਿਆ ਜ਼ਿਆਦਾ ਨਾ ਲੈ, ਸਰਕਾਰ ਤਾਂ ਸਾਡੀ ਪ੍ਰੀਖਿਆ ਲੈ ਹੀ ਰਹੀ ਹੈ। ਮੋਦੀ ਨੇ ਤਾਂ ਬਹੁਤ ਪਰੇਸ਼ਾਨ ਕੀਤਾ ਸੀਗਾ ਤੇ ਰਾਤ ਤਾਂ ਮਾਲਕ ਨੇ ਵੀ ਬਹੁਤ ਪਰੇਸ਼ਾਨ ਕੀਤਾ ਜੀ। ਰਾਤੀ ਨੁਕਸਾਨ ਤਾਂ ਹੋ ਰਿਹਾ। ਹੁਣ ਫਸਲਾਂ ਦੀ ਕਟਾਈ ਦਾ ਟਾਈਮ ਚੱਲੀ ਜਾਂਦਾ ਔਰ ਬਾਰਿਸ਼ ਨਾਲ ਫਸਲਾਂ ਖਰਾਬ ਹੋ ਰਹੀਆਂ ਔਰ ਸਰਕਾਰ ਕੋਈ MSP ਦੇ ਖਰੀਦ ਨਹੀਂ ਕਰ ਰਹੀ, ਫਸਲਾਂ ਦਾ ਕੋਈ ਰੇਟ ਨਹੀਂ ਹੈ। ਔਰ ਸਭ ਤੋਂ ਜ਼ਰੂਰੀ ਹੈ ਜੀ ਜੇ ਕਿਸਾਨਾਂ ਦਾ ਆਪਣਾ ਏਕਾ ਹੋ ਗਿਆ ਤਾਂ MSP ਵੀ ਪੱਕੀ ਨਿਰਧਾਰਿਤ ਹੋ ਜਾਊਗੀ। ਔਰ ਸਾਰੇ ਜੋ ਵੀ ਮੰਨ ਲਓ ਮੇਰੇ ਰਾਹੀਂ ਆਵਾਜ਼ ਜਾ ਰਹੀ ਹੈ ਮੇਰੀ, ਜੋ ਵੀ ਮੇਰੀ ਇਹ ਵੀਡੀਓ ਨੂੰ ਸੁਣੇ, ਸਭ ਨੂੰ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਹਾਂ ਵੀ ਕਟਾਈ ਦਾ ਟਾਈਮ ਜ਼ਰੂਰ ਆ ਗਿਆ ਪਰ 2-2 4-4 ਬੰਦਿਆਂ ਦੀ ਪਿੰਡ 'ਚੋਂ ਟੀਮ ਬਣਾਓ ਤੇ ਵੱਧ ਤੋਂ ਵੱਧ ਜਾਣੇ ਬਾਰਡਰ ਤੇ ਵੀ ਆਪਾਂ ਰਹੀਏ। ਇਹ ਅੰਦੋਲਨ ਕਮਜ਼ੋਰ ਨਹੀਂ ਹੋਣ ਦੇਣਾ। ਕਟਾਈ ਦਾ ਟਾਈਮ ਜ਼ਰੂਰ ਹੈ, ਮਜਬੂਰੀ ਹਰੇਕ ਤੇ ਆ, ਪਰ ਅੰਦੋਲਨ ਵੀ ਕਮਜ਼ੋਰ ਨਹੀਂ ਹੋਣ ਦੇਣਾ। 2-2 4-4 ਜਾਣੇ ਆਪਾਂ ਡਿਊਟੀ ਇੱਥੇ ਵੀ ਜ਼ਰੂਰ ਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਬਾਬਾ ਸੁਖਦੇਵ ਸਿੰਘ, ਨਾਨਕਸਰ ਅਮਨਗਰ ਪਟਿਆਲਾ। ਨਾਲ ਮੇਰੇ ਸਾਥੀ ਮੇਰੇ ਵੀਰ ਬਾਬਾ ਜੈਮਲ ਸਿੰਘ ਜੀ ਦੁੱਧਾ ਧਾਰੀ ਪਟਿਆਲੇ ਤੋਂ, ਬਾਬਾ ਬਲਵੀਰ ਸਿੰਘ ਜੀ ਪਿੰਗਲਾ ਆਸ਼ਰਮ ਪਟਿਆਲੇ ਤੋਂ। ਅਸੀਂ ਪਹਿਲਾਂ ਪਲਵਲ ਲੰਗਰ ਚੱਲਦੇ ਰਹੇ। 26 ਤਰੀਕ ਤੋਂ ਜਦੋਂ ਸਾਰੇ ਪਾਸੇ ਹਲਚਲ ਹੋਈ ਉਹਨਾਂ ਦਿਨਾਂ ਦੇ ਵਿੱਚ ਅਸੀਂ ਚੱਲ ਕੇ ਇਸ ਜਗ੍ਹਾ ਤੇ ਆਏ, ਸ਼ਾਹਜਹਾਨ ਬਾਰਡਰ ਤੇ ਆਏ। ਮਹੀਨਾ ਤਕਰੀਬਨ ਇੱਥੇ ਹੋ ਚੱਲਿਆ ਸਾਨੂੰ। ਸੋ ਰਾਤ ਜੋ ਤੁਸੀਂ ਗੱਲ ਕਹੀ ਹੈ ਮੌਸਮ ਦੀ, ਰਾਤ ਇੱਕਦਮ ਮੌਸਮ ਬੜਾ ਤਬਦੀਲ ਹੋਇਆ, ਬੜਾ ਜ਼ੋਰਦਾਰ ਮੀਂਹ ਨੇਰੀ ਝੱਖੜ ਆਇਆ ਜਿਹਦੇ ਨਾਲ ਸਾਡੇ ਟੈਂਟ ਵੀ ਹਿੱਲੇ। ਚਾਦਰਾਂ ਜਿਹੜੀਆਂ ਤਰਪਾਲਾਂ ਸਨ ਟੈਂਟਾਂ ਦੀਆਂ ਉਹ ਵੀ ਪਾਟੀਆਂ। ਔਰ ਜਿਹੜਾ ਮੀਂਹ ਸੀ ਉਹ ਜ਼ੋਰਦਾਰ ਹੋਣ ਕਰਕੇ ਤਰਪਾਲਾਂ ਪਾਟਣ ਕਰਕੇ ਜਿਹੜਾ ਪਾਣੀ ਟੈਂਟਾਂ ਦਾ ਸੀ ਉਹ ਸਾਰਾ ਟੈਂਟਾਂ ਦੇ ਵਿੱਚ ਪਿਆ। पीछे भयंकर सर्दी थी, उसमें भी 3 बार यहाँ भारी बरसात हुई थी, लेकिन उसके बावजूद भी सारे जो किसान हैं इस आंदोलन में देश भर में और यहाँ शाहजहाँपुर बॉर्डर पर भी उसी ताकत और हिम्मत से डटे हुए थे। उस फसलों से किसानों के आंदोलन को कोई दिक्कत नहीं थी, लेकिन खेतों में बहुत ज़्यादा फ़ायदा हुआ था। रात जो पूरे राजस्थान और बाकी इलाकों में बरसात के साथ जो ओले गिरे हैं उससे फसलों को बहुत ज़्यादा नुकसान हुआ है। आंदोलन को कोई नुकसान नहीं है, आंदोलन में तो चलता रहता है। पहले जो हमारे टेंट थे हमने सर्दी के हिसाब से बनाए थे, अभी हम गर्मी के हिसाब से बनाने शुरू कर रहे हैं, खाली नहीं हो रहे, इनको दोबारा से और ज़्यादा मजबूत और अच्छे बना रहे हैं। हर हथकंडा अपनाएंगे, लेकिन ये किसान आंदोलन इतना विस्तृत और बड़ा आंदोलन है कि इस पे इस तरीके की घटनाओं का कोई असर नहीं होगा। और किसान जो है वो जो यहाँ नहीं आते हैं वो ये प्रश्न करते हैं। यहाँ जो बॉर्डर और मोर्चे पे जो किसान है वो कभी ये प्रश्न नहीं करता कि हम घर कब जाएंगे। उनका तय किया हुआ है कि हम जब तक के ये काले कानून और MSP पर पूरी खरीद ये सारी मांगें मानी नहीं जाएगी तब तक हम डटे रहेंगे। किसी भी तरह का कोई भी यहाँ निराशा का और कोई दूसरा वातावरण नहीं है। सारे लोग बहुत उत्साहित हैं। हाँ, निश्चित रूप से अभी कुछ किसान जो है वो फसल कटाई में भी गए हैं, महापंचायतों में भी गए थे, कुछ संगठनों के अपने सांगठनिक कार्य हैं उनमें भी गए हुए थे, लेकिन बड़ी संख्या में लोग जो है मोर्चे पे अभी डटे हुए हैं। और अगले हफ्ता भर बाद में बहुत बड़ी संख्या में लोग फिर से लौटने शुरू हो जाएंगे। भर गया था और इतना ज़्यादा पानी भर गया था कि टेंट से पन्नी फट गई, पानी ऊपर से नीचे सब आने लगा। आधे से ज़्यादा बिस्तर, रजाई, गद्दे सारे गीले हो गए। यहाँ तक कि जो
यहाँ पर साबुन वगैरह सब रखा था, वो भी गीला हो गया। काफ़ी कठिनाइयों का सामना रात में किसान भाइयों को करना पड़ा है। हम लोगों ने टहल करके देखा है, लगातार 3.5 घंटे की बारिश से जनजीवन पूरी तरह से अस्त व्यस्त हो गया है। लोग आ रहे हैं, उसके बाद 2-3 घंटे में इसको सब व्यवस्थित किया जाएगा। सभी जो भीगे हुए गद्दे रजाई हैं उनको सुखाया जाएगा। कंबल को भी सुखाने का प्रयास किया जा रहा है और सामान भी बाहर से मंगाने का प्रयास किया जा रहा है। जो ख़राब हो गए हैं उसके जगह पर दूसरे सामान आ जाएं। तंबू तो जैसे रात को बारिश आई, जो परसों के दिन आई थी वो थोड़ी थी। जो रात की बारिश इतनी तेज़ थी भी तंबुओं के अंदर पानी, गद्दों से नीचे से पानी चलने लग गया। तो बहुत ज़्यादा प्रॉब्लम थी रात देखने के लिए। नीचे से पानी, गद्दे तो ऊपर सूखे रह गए, नीचे सारा गीला हो गया। और लंगर के तंबू वंबू थे तो जो फट गए सारे, ऊपर हवा इतनी तेज़ सी आंधी। बहुत ज़्यादा नुकसान भी किया है, पर किसान फिर भी डटे हुए हैं। ये नहीं है भी तंबू टूट गया या गद्दे गिले हो गए भी डर जाएंगे, नहीं, डटे हुए हैं। देखो उसकी भगवान की कृपा है कि भगवान भी इम्तिहान ले रहा है भी कैसे डटते हैं कि भागते हैं, पर डटे हुए हैं। अभी तंबू सूख जाएंगे। आज की धूप में धूप लगा दी, आज मौसम बढ़िया साफ़ हो गया। पर रात बहुत मुश्किल थी, हवा थी। और ये हमारे वाला तंबू भी उठ गया था, इतने इतने भारे पत्थर हैं, ऊपर उठ गया था 3-4 फुट, पर फिर टिका है। और तंबुओं में जो गदेले उदेले थे गीले हो रहे हैं, पर उसकी मर्जी है, भगवान की परख ही घड़ी है। तो परख के ऊपर परख पड़ रही है, पर डटे हुए हैं, डटे पीछे नहीं हटेंगे। जितनी देर जो 3 बिल है रद्द नहीं होते उतनी देर डटे हुए हैं किसान भाई। अभी जैसे भरतपुर अलवर है, इस सर्वे खेती की जो सरसों की कटाई होती है वो कटाई हो जाएगी कुछ दिन के अंदर, तो उधर से आ जाएंगे। पर नुकसान बहुत है। जैसे जिन लोगों की जो लोकल में किसानों की फसल पड़ी है, 6 महीने की कमाई होती है, वही खाना होता है, वही बच्चों के लिए लेना होता है कुछ। तो अभी 2-4 दिन तो सूखने में लगेंगे। पर जो किसान हैं दूर दूर से, कोई गंगानगर, हनुमानगढ़ से, कोई सीकर से, हम कोटा से हैं, कोई अलवर से है, कोई भरतपुर से है, डटे हुए हैं। रात को तंबू फट गए, अभी लिखाने चालू कर दिए। फिर ਅਸੀਂ ਆ ਤੰਬੂਆਂ ਦੇ ਵਿੱਚੋਂ ਪਾਣੀ ਥੱਲੇ ਟਿਪ ਟਿਪ ਚੋਈ ਗਿਆ ਸਾਰੀ ਰਾਤ। 2 ਵਜੇ ਤਾਈਂ ਅਸੀਂ ਪਾਣੀ ਕੱਢ ਕੇ ਥੱਲੇ ਮੰਜੇ ਅੰਦਰ ਸਿੱਟੇ ਟਰਾਲੀਆਂ ਦੇ ਵਿੱਚ। ਆ ਦੇਖ ਲਓ ਮੈਟ ਹੁਣ ਬਾਹਰ ਕੱਢੇ ਅਸੀਂ ਸਾਰੇ, ਸੜਕਾਂ ਤੇ ਸੁੱਕਣੇ ਪਏ ਐ। ਉਦੋਂ ਬਾਅਦ ਸਾਡੇ ਭਾਂਡੇ, ਆਟਾ ਕੋਟਾ ਸਾਰਾ ਭਿੱਜ ਗਿਆ, ਬਹੁਤ ਬੁਰੇ ਹਾਲਾਤ ਸੀਗੇ। ਹੁਣ ਅਸੀਂ ਇਹ ਸਾਰੇ ਤੰਬੂ ਦੁਬਾਰੇ ਫਿੱਟ ਕਰ ਰਹੇ ਹਾਂ। ਸਾਰੀ ਦਿਹਾੜੀ ਲੱਗ ਜੂਗੀ, ਰਾਤ ਰੋਟੀ ਨਹੀਂ ਖਾਧੀ ਗਈ। ਲੰਗਰਾਂ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਸੀ, ਪ੍ਰਸ਼ਾਦੇ ਉੱਥੋਂ ਵੀ ਸਾਨੂੰ 50 ਪ੍ਰਸ਼ਾਦੇ ਮਿਲੇ। ਬੰਦੇ ਸੀਗੇ ਅਸੀਂ 25, ਅਸੀਂ 2-2 ਪ੍ਰਸ਼ਾਦੇ ਖਾ ਕੇ ਰਾਤ ਸੁੱਤੇ ਹਾਂ 12 ਵਜੇ। ਵੀ ਸਾਨੂੰ ਕਿੰਨਾ ਵੀ ਤੰਗ ਕਰ ਲਏ ਪਰ ਅਸੀਂ ਇੱਥੋਂ ਹਿੱਲਾਂਗੇ ਨਹੀਂ। ਅਸੀਂ ਜੰਗ ਜਿੱਤ ਕੇ ਜਾਵਾਂਗੇ, ਤੇ ਜੰਗ ਜਿੱਤਾਂਗੇ ਜ਼ਰੂਰ।